गुरु प्यारी साध संगत जी, वाहिगुरु जी का खालसा, वाहिगुरु जी की फतेह। सारी संगत ਨੂੰ ਜੀ ਆਇਆਂ ਨੂੰ ਗੁਰੂ ਸਾਹਿਬ ਦੀ ਫਤਿਹ। ਗੁਰੂ ਸਾਹਿਬ ਮਿਹਰ ਕਰਨ, ਸਭ ਤੇ ਆਪਣੀ ਮਿਹਰ ਬਣਾ ਕੇ ਰੱਖਣ। ਅੱਜ ਅਸੀਂ ਪ੍ਰੋਗਰਾਮ ਦਾ ਸ਼ੁਰੂਆਤ ਜਿਹੜੀ ਹੈ ਉਹ ਪ੍ਰੋਫੈਸਰ ਮਨਿੰਦਰ ਸਿੰਘ ਹਣਾ ਦੇ ਨਾਲ ਕਰਨ ਲੱਗੇ ਹਾਂ। ਪ੍ਰੋਫੈਸਰ ਸਾਹਿਬ ਜਿਹੜੇ ਨੇ ਉਹ ਮਕਰ ਦੇ ਮਹੀਨੇ ਦੀ ਜਿਹੜਾ 12 ਮਾਹ ਦੇ ਵਿੱਚੋਂ ਔਰ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚੋਂ ਮਹੀਨੇ ਦਾ ਜਿਹੜਾ ਵਾਕ ਹੈ ਉਹ ਸੰਗਤ ਦੇ ਨਾਲ ਵਾਕ ਤੇ ਉਸ ਦੀ ਵਿਆਖਿਆ ਜਿਹੜੀ ਹੈ ਉਹ ਸ਼ੇਅਰ ਕਰਨਗੇ। ਲੜੀਵਾਰ ਤਰੀਕੇ ਨਾਲ ਅਸੀਂ ਇਹ ਪ੍ਰੋਗਰਾਮ ਜਿਹੜਾ ਚਲਾ ਰਹੇ ਹਾਂ। ਉਸ ਦੇ ਵਿੱਚ ਹਰ ਮਹੀਨੇ ਸੰਗਰਾਂਦ ਵਾਲੇ ਦਿਨ ਪ੍ਰੋਫੈਸਰ ਸਾਹਿਬ ਜਿਹੜੇ ਨੇ ਉਹ ਇੱਕ ਕਿਸਮ ਦਾ ਕੰਪੇਅਰ ਕਰਦੇ ਨੇ ਜਾਂ ਉਸ ਦੀ ਵਿਚਾਰ ਕਰਦੇ ਨੇ ਵੀ ਗੁਰੂ ਨਾਨਕ ਦੇਵ ਜੀ ਔਰ ਜਿਹੜਾ ਪੰਜਵੇਂ ਪਾਤਸ਼ਾਹ ਦਾ 12 ਮਾਹ ਵੀ ਉਸ ਦੇ ਵਿੱਚ ਜਿਹੜੀ ਕੀ ਉਹਨਾਂ ਦੀ ਮੇਨ ਫੀਚਰਸ ਨੇ ਜਿਹੜੇ ਉਹਨਾਂ ਨੇ ਕੰਪੇਅਰ ਕੀਤੇ ਨੇ। ਤੇ ਸੋ ਅੱਜ ਦੇ ਮਹੀਨੇ ਦੀ ਜਿਹੜੀ ਹੈ ਉਹ ਅਸੀਂ ਪ੍ਰੋਫੈਸਰ ਸਾਹਿਬ ਨਾਲ ਸ਼ੁਰੂ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਐਡਮੰਟਨ ਤੋਂ ਗ੍ਰੈਂਡ ਪ੍ਰੇਰੀ ਤੋਂ ਡਾਕਟਰ ਕਾਬਲ ਸਿੰਘ ਤੇ ਡਾਕਟਰ ਬਲਦੇਵ ਸਿੰਘ ਆਪਣੀ ਪ੍ਰੈਜੈਂਟੇਸ਼ਨ ਜਿਹੜੀ ਹੈ ਉਹ ਕਰਨਗੇ। ਤੇ ਇੱਕ ਵਾਰ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ। ਪ੍ਰੋਫੈਸਰ ਸਾਹਿਬ ਜਦੋਂ ਤੁਸੀਂ ਰੈਡੀ ਹੋ ਜੀ ਤੇ ਅਸੀਂ ਸ਼ੁਰੂ ਕਰਦੇ ਹਾਂ ਫਿਰ। ਗੁਰਮਤਿ ਜਿਗਿਆਸੂ ਗੁਰੂ ਪਿਆਰੇ ਸਤਸੰਗੀ ਸਜਣੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਫਤੇ ਮਘਰ ਦਾ ਮਹੀਨਾ ਚੜਿਆ। ਮਘਰ ਦੀ ਸੰਗਰਾਂਦ ਗੁਰਦੁਆਰਿਆਂ ਵਿੱਚ ਮਨਾਈ ਜਾਂਦੀ ਹੈ। ਹਰ ਸੰਗਰਾਂਦ ਮਨਾਈ ਜਾਂਦੀ ਹੈ। ਬਹੁਤ ਸਮਾਂ ਸਾਡੇ ਕਈ ਅਧਿਆਪਕ ਵੀ ਤੇ ਵਿਦਵਾਨ ਸੱਜਣ ਵੀ ਕਹਿੰਦੇ ਰਹੇ ਕਿ ਸੰਗਰਾਂਦ ਜਿਹੜਾ ਹੈ ਉਹ ਸੂਰਜ ਦੀ ਪੂਜਾ ਦਾ ਤਿਉਹਾਰ ਹੈ, ਪਰ ਉਹਨਾਂ ਦੀ ਵਿਚਾਰ ਆਮ ਸੰਗਤ ਨੇ ਪ੍ਰਵਾਨ ਨਹੀਂ ਕੀਤੀ। ਅਸਲ ਗੱਲ ਹੈ ਕਿ ਬਾਣੀ ਵਿੱਚ ਵੀ ਕਈ ਥਾਂ ਤੇ ਵਾਹਿਗੁਰੂ ਦੀਆਂ ਸ਼ਕਤੀਆਂ ਸੂਰਜ, ਚੰਦ, ਹਵਾ, ਪਾਣੀ ਇਹਨਾਂ ਨੂੰ ਵੀ ਪਰਮਾਤਮਾ ਦਾ ਰੂਪ ਸਮਝਿਆ ਗਿਆ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ। ਤੋ ਇਹ ਸ਼ਕਤੀਆਂ ਕੁਦਰਤ ਦੀਆਂ ਵੀ ਪਰਮਾਤਮਾ ਦਾ ਹੀ ਰੂਪ ਹਨ, ਜਿਨ੍ਹਾਂ ਦੁਆਰਾ ਵਾਹਿਗੁਰੂ ਅਕਾਲ ਪੁਰਖ ਆਪਣੀ ਸ੍ਰਿਸ਼ਟੀ ਦੀ ਪਾਲਣਾ ਕਰ ਰਿਹਾ ਹੈ। ਗੁਰਬਾਣੀ ਵਿੱਚ ਸਮੇਂ ਸੰਬੰਧੀ ਬਹੁਤ ਸਾਰੇ ਸ਼ਬਦ ਹਨ, ਬਹੁਤ ਸਾਰੀਆਂ ਬਾਣੀਆਂ ਹਨ, ਔਰ ਪਲ ਛਿਨ ਤੋਂ ਲੈ ਕੇ ਜਿਹੜਾ ਸਭ ਤੋਂ ਛੋਟਾ ਯੂਨਿਟ ਹੈ ਸਮੇਂ ਦਾ, ਮਹੀਨਿਆਂ, ਸਾਲਾਂ, ਸਦੀਆਂ ਦੀ ਵੀ ਗੱਲ ਆਈ ਹੈ। ਕਬੀਰ ਜੀ ਤਾਂ ਕਹਿੰਦੇ ਹਨ, ਟੁਕ ਦਮ ਚਰ ਕਰਾਰੀ ਜੇ ਕਰੋ ਹਾਜ਼ਰ ਹਜ਼ੂਰ ਖੁਦਾਏ। ਜੇ ਤੂੰ ਇੱਕ ਸੈਕਿੰਡ ਵਾਸਤੇ ਵੀ ਆਪਣਾ ਮਨ ਪਰਮੇਸ਼ਰ ਵਾਸਤੇ ਜੋੜ ਲਵੇਂ ਤਾਂ ਉਹ ਤੇਰੇ ਸਾਹਮਣੇ ਆ ਜਾਏਗਾ। ਇੱਕ ਵਾਰੀ ਕਲਾਸ ਕਰਦਿਆਂ ਮੈਂ ਬੱਚਿਆਂ ਨੂੰ ਪੁੱਛਿਆ, ਇਹ ਬੇਟੇ ਤੁਹਾਡੇ ਕੋਲ ਸਭ ਤੋਂ ਕੀਮਤੀ ਚੀਜ਼ ਕਿਹੜੀ ਹੈ ਇਸ ਵੇਲੇ? ਮੇਰਾ ਖਿਆਲ ਸੀ ਕਿ ਬੱਚੇ ਦਾ ਜਵਾਬ ਸ਼ਾਇਦ ਹੀ ਦੇ ਸਕਣ, ਪਰ ਇੱਕ ਹੋਣਹਾਰ ਬੱਚੇ ਨੇ ਹੱਥ ਖੜਾ ਕਰਕੇ ਦੱਸਿਆ, ਟਾਈਮ, ਸਮਾਂ। ਤਾਂ ਵਾਕਈ ਸਮਾਂ ਮਨੁੱਖ ਦੇ ਕੋਲ ਸਭ ਤੋਂ ਵੱਧ ਕੀਮਤੀ ਚੀਜ਼ ਹੈ। ਕੀਮਤੀ ਇਸ ਕਰਕੇ ਹੈ ਵੀ ਜਿਹੜਾ ਸਮਾਂ ਲੰਘ ਗਿਆ, ਭਾਵੇਂ ਕਰੋੜਾਂ ਅਰਬਾਂ ਖਰਬਾਂ ਖਰਚ ਲਓ, ਉਹ ਮੁੜ ਕੇ ਨਹੀਂ ਆਉਣਾ। ਤਾਂ ਇਸ ਕਰਕੇ ਸਮੇਂ ਦੀ ਕਦਰ ਕਰਨਾ, ਸਮੇਂ ਦੇ ਉਤਸਵ ਮਨਾਉਣਾ, ਇਹ ਗੁਰਮਤਿ ਅਨੁਸਾਰੀ ਵਿਚਾਰਾਂ ਹਨ। ਤਾਂ ਮਹਾਰਾਜ ਫਰਮਾਉਂਦੇ ਹਨ ਮਘਰ ਦੇ ਮਹੀਨੇ ਦੇ ਸਮਾਂ ਦੇ ਵਿੱਚ, ਮਘਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲਣੀਆਂ। ਮਘਰ ਭਾਵੇਂ ਮਹੀਨਾ ਹੈ, ਪਰ ਮਘਰ ਦਾ ਭਾਵ ਹੈ ਸਮੁੱਚੀ ਇਨਸਾਨੀ ਜ਼ਿੰਦਗੀ।
तो ਜਿਹੜੇ ਮਨੁੱਖ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਜੁੜੇ ਹੋਏ ਹਨ ਔਰ ਉਹਦੇ ਨਾਲ ਬੈਠਦੇ ਹਨ, ਭਾਵ ਉਹਦੀ ਯਾਦ ਵਿੱਚ ਲੀਨ ਹਨ, ਉਹ ਸੋਭਵਾਨ ਹਨ, ਉਹਨਾਂ ਦੀ ਸ਼ੋਭਾ ਹੈ। ਬਾਣੀ ਵਿੱਚ ਸੁਹਾਗ ਦੀ ਗੱਲ ਆਈ ਹੈ। ਜਿਹੜੀ ਇਸਤਰੀ ਸੁਹਾਗਵੰਤੀ ਹੈ ਉਹਦਾ ਸ਼ਿੰਗਾਰ ਸੁਭਾਇਮਾਨ ਹੈ, ਪਰ ਜਿਹਦੇ ਕੋਲ ਸੁਹਾਗ ਹੀ ਨਹੀਂ, ਜਿਹੜੀ ਆਪਣੇ ਆਪ ਨੂੰ ਭਾਵੇਂ ਕਿਤਨਾ ਵੱਡਾ ਭਈ ਆਖੇ, ਸੋਹਣੇ ਕੱਪੜੇ ਪਾਏ, ਹਾਰ ਸ਼ਿੰਗਾਰ ਕਰੇ, ਉਹਦੇ ਬਾਰੇ ਬਾਣੀ ਕਹਿੰਦੀ ਹੈ, ਗੱਲੀ ਹੋਂ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਤੋ ਵਾਹਿਗੁਰੂ ਅਕਾਲ ਪਤੀ ਦੇ ਸੁਹਾਗ ਤੋਂ ਬਿਨਾਂ ਜਿਹੜੀ ਸੁੰਦਰਤਾ ਹੈ, ਸਜਾਵਟ ਹੈ, ਸ਼ਿੰਗਾਰ ਹੈ, ਉਹ ਬਦਨਾਮੀ ਦਾ ਕਾਰਨ ਬਣ ਜਾਂਦੇ ਹਨ। ਪਰ ਪਤੀ ਨਾਲ ਸੰਬੰਧ ਹੋਵੇ ਤਾਂ ਉਹ ਵਡਿਆਈ ਦਾ ਕਾਰਨ ਹਨ, ਸੁਭਾਇਮਾਨ ਹਨ। ਤੋ ਮਹਾਰਾਜ ਕਹਿੰਦੇ ਨੇ, ਇਸ ਮਗਰ ਰੂਪੀ ਜੀਵਨ ਵਿੱਚ ਉਹ ਜੀਵ ਇਸਤਰੀਆਂ ਸੁਹਾਗਵੰਤੀਆਂ ਹਨ, ਸੋਹੰਦੀਆਂ ਹਨ, ਜਿਹੜੀਆਂ ਆਪਣੇ ਪਤੀ ਪਰਮੇਸ਼ਰ ਦੇ ਨਾਲ ਬੈਠੀਆਂ ਹਨ, ਭਾਵ ਜਿਨ੍ਹਾਂ ਦੇ ਹਿਰਦੇ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਭਾਵਨਾ ਹੈ। ਤਿੰਨ ਕੀ ਸੋਭਾ ਕਿਆ ਗਣੀ, ਉਹਨਾਂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਜੇ ਸਾਹਿਬ ਮੇਲਣੀਆਂ, ਜਿਨ੍ਹਾਂ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ ਨਾਲ ਮੇਲ ਲਿਆ ਹੈ। ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ, ਸਾਧ ਜਨਾ ਤੇ ਬਾਹਰੀ, ਤੇ ਰਹਿਣ ਅਕੇਲੜੀਆਂ। ਵਾਹਿਗੁਰੂ ਦੇ ਮਿਲਾਪ ਦੇ ਨਾਲ ਉਸ ਅਵਸਥਾ ਵਿੱਚ ਪਹੁੰਚੀ ਹੋਈ ਜੀਵ ਇਸਤਰੀ ਦਾ ਤਨ ਤੇ ਮਨ ਮੌਲਿਆ। ਮੌਲਣ ਦਾ ਮਤਲਬ ਇਹ ਹੁੰਦਾ, ਜਿਹੜਾ ਬੂਟਾ, ਜਿਹੜਾ ਬੀਜ ਲਾਇਆ ਜਾਂਦਾ, ਪਹਿਲਾਂ ਛੋਟਾ ਜਿਹਾ ਪੌਦਾ ਹੁੰਦਾ, ਫਿਰ ਹੌਲੀ ਹੌਲੀ ਵੱਧਦਾ ਵੱਧਦਾ ਵੱਡਾ ਹੋ ਜਾਂਦਾ। ਤਾਂ ਮੌਲਿਆ ਦਾ ਭਾਵ ਹੈ ਵਾਹਿਗੁਰੂ ਅਕਾਲ ਪੁਰਖ ਵੱਲ ਵਧਣਾ, ਪਰਮੇਸ਼ਰ ਦੀ ਭਗਤੀ ਵੱਲ ਵਧਣਾ, ਪ੍ਰੇਮ ਵੱਲ ਵਧਣਾ। ਤਾਂ ਜਿਉਂ-ਜਿਉਂ ਇਨਸਾਨ ਵਾਹਿਗੁਰੂ ਦੀ ਭਗਤੀ ਵੱਲ ਵੱਧਦਾ ਹੈ, ਉਹਦਾ ਅੰਤਰਾਤਮਾ ਮੌਲਦਾ ਹੈ, ਖਿੜਦਾ ਹੈ, ਵਿਕਸਦਾ ਹੈ। ਸਿਰਫ ਤਨ ਹੀ ਨਹੀਂ, ਮਨ ਵੀ। ਅਸੀਂ ਜਾਣਦੇ ਹਾਂ ਸਾਰੇ ਕਿ ਮਨ ਸਾਡਾ ਕਿਸ ਅਵਸਥਾ ਵਿੱਚ ਹੈ। ਬਾਣੀ ਕਹਿੰਦੀ ਹੈ, ਕਬਹੂ ਜੀੜਾ ਉਹ ਵਿਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿ ਸਹਿ, ਚਾਰੇ ਕੁੰਟਾ ਭਾਲੇ। ਕਦੇ ਤਾਂ ਬਿਲਕੁਲ ਸਾਤਰ ਵਿੱਚ ਡਿੱਗ ਪੈਂਦਾ ਮਨ, ਉਦਾਸ ਹੋ ਜਾਂਦਾ, ਕਦੇ ਚੜ੍ਹਦੀ ਕਲਾ ਚ ਆ ਜਾਂਦਾ, ਕੋਈ ਥੋੜੀ ਜਿਹੀ ਚੀਜ਼ ਪ੍ਰਾਪਤ ਕਰਕੇ ਵੀ ਬੜਾ ਖੁਸ਼ ਹੋ ਜਾਂਦਾ, ਕੁਝ ਗੁਆਚ ਜਾਏ ਤੇ ਦੁਖੀ ਹੋ ਜਾਂਦਾ। ਤੋ ਜ਼ਿੰਦਗੀ ਵਿੱਚ ਇਹ ਸੰਸਾਰਕ ਚੀਜ਼ਾਂ ਕਦੇ ਸਥਿਰ ਨਹੀਂ ਰਹਿੰਦੀਆਂ, ਕੁਝ ਮਿਲ ਗਿਆ, ਕੁਝ ਖੋ ਗਿਆ। ਪਰ ਜਿਹੜੇ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮਿਲ ਗਏ, ਤਨ ਮਨ ਮੌਲਿਆ, ਉਹਨਾਂ ਦੀ ਸਦਾ ਚੜ੍ਹਦੀ ਕਲਾ ਹੈ। ਮਨ ਵੀ ਖਿੜਿਆ ਹੋਇਆ, ਤਨ ਵੀ ਖਿੜਿਆ ਹੋਇਆ। ਔਰ ਜਿਸ ਤਰ੍ਹਾਂ ਕਹਿੰਦੇ ਹਨ, ਮਾਈਂਡ ਇਜ਼ ਦਾ ਰਿਫਲੈਕਸ਼ਨ ਆਫ ਫੇਸ, ਇਜ਼ ਦਾ ਰਿਫਲੈਕਸ਼ਨ ਆਫ ਮਾਈਂਡ। ਉਹ ਚਿਹਰੇ ਉੱਤੇ ਵੀ ਖਿੜਾਓ ਹੁੰਦਾ। ਸੰਤਾਂ ਮਹਾਂਪੁਰਖਾਂ ਦੇ ਚਿਹਰੇ ਖਿੜੇ ਰਹਿੰਦੇ ਹਨ। ਮੈਨੂੰ ਬਹੁਤ ਪਹਿਲਾਂ, ਮੇਰੇ ਖਿਆਲ ਹੋ ਸਕਦਾ 50-60 ਸਾਲ ਹੋ ਗਏ ਹੁਣ, ਬੱਸ ਵੀ ਯਾਤਰਾ ਕਰਦੇ ਹਾਂ। ਇੱਕ ਕਿਸੇ ਮੁਸਲਮਾਨ ਸਾਧੂ ਕਹਿ ਸਕਦੇ ਹਾਂ, ਫਕੀਰ ਕਹਿ ਸਕਦੇ ਹਾਂ, ਉਹਦੇ ਦਰਸ਼ਨ ਹੋਏ। ਬੱਸ ਤੁਸੀਂ ਜਾਣਦੇ ਹੋ, ਇੰਡੀਆ ਵਿੱਚ ਤਾਂ ਰੋਡ ਭੀੜ ਭੜੱਕਾ, ਰੌਲਾ ਰੱਪਾ ਹੁੰਦਾ ਬੱਸਾਂ ਵਿੱਚ ਬਾਹਰ। ਪਰ ਉਹ ਮਹਾਂਪੁਰਖ ਚੁੱਪ ਕਰਕੇ, ਅੱਖਾਂ ਮੀਟ ਕਰਕੇ, ਬੰਦ ਕਰਕੇ, ਔਰ ਪਤਾ ਨਹੀਂ ਆਪਣੇ ਅੱਲਾ ਨਾਲ ਜੁੜੇ ਹੋਏ ਸਨ, ਔਰ ਉਹਨਾਂ ਦਾ ਚਿਹਰਾ ਭਖ ਰਿਹਾ ਸੀ। ਆਈ ਸਟਿਲ ਰਿਮੈਂਬਰ ਹਿਸ ਫੇਸ। ਤੋ ਤਨ ਮਨ ਮੌਲਿਆ ਰਾਮ ਸਿਉ, ਪਰਮਾਤਮਾ ਦੇ ਰਾਮ ਰੰਗ ਵਿੱਚ ਰੰਗੇ ਹੋਏ ਜਿਹੜੇ ਹਨ, ਸਰੀਰ ਕਰਕੇ ਵੀ ਔਰ ਆਤਮਾ ਔਰ ਮਨ ਕਰਕੇ ਵੀ ਖਿੜੇ ਹੋਏ ਹਨ। ਔਰ ਸਾਧਨ ਕੀ ਹੈ? ਸੰਗ ਸਾਧ ਸਹੇਲੜੀਆਂ। ਗੁਰੂ ਸਾਹਿਬ ਨੇ ਸਾਨੂੰ ਸਤਸੰਗਤ ਦੀ ਦਾਤ ਬਖਸ਼ੀ, ਔਰ ਸਤਸੰਗਤ ਨਾਲ ਮਿਲ ਕੇ ਨਾਮ ਦਾ ਰੰਗ ਚੜ੍ਹਦਾ ਹੈ, ਸਰੀਰ ਨੂੰ ਵੀ, ਮਨ ਨੂੰ ਵੀ। ਤੇ ਦੂਜੇ ਪਾਸੇ ਮਹਾਰਾਜ ਨਾਲ ਨਾਲ ਸਾਨੂੰ ਇੱਕ ਪਾਸੇ
ਪਰਮੇਸ਼ਰ ਦੇ ਮਿਲਾਪ ਦੀ ਗੱਲ ਦੱਸਦੇ ਹਨ, ਦੂਜੇ ਪਾਸੇ ਪਰਮੇਸ਼ਰ ਤੋਂ ਜਿਹੜੇ ਵਿਛੜੇ ਨਿਖੜੇ ਹੋਏ ਹਨ ਉਹਨਾਂ ਦੀ ਗੱਲ ਦੱਸ ਰਹੇ ਹਨ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆ, ਜਿਨ੍ਹਾਂ ਨੂੰ ਸੱਚੀ ਸੰਗਤ ਨਹੀਂ ਮਿਲੀ, ਭਾਵੇਂ ਦੁਨੀਆ ਭਰ ਦੇ ਲੋਕ ਉਹਨਾਂ ਦੀਆਂ ਦੋਸਤੀਆਂ ਕਰਨ ਲਈ ਆ ਜਾਣ, ਪਰ ਉਹ ਵਿਚਾਰੇ ਇਕੱਲੇ ਹੀ ਇਕੱਲੇ ਹਨ, ਉਹਨਾਂ ਦਾ ਕੋਈ ਸਾਥੀ ਨਹੀਂ। ਇਹ ਐਵੇਂ ਦਿਖਾਵਾ ਹੀ ਹੈ ਸੰਸਾਰ ਦੇ ਜੋ ਰਿਸ਼ਤੇ ਹਨ, ਔਰ ਸਾਰੇ ਰਿਸ਼ਤੇ ਜਿਹੜੇ ਹਨ ਮੈਂ ਕਹਿ ਸਕਦਾ ਬਈ ਘੱਟੋ ਘੱਟ ਵੀ 99% ਆਪਣੀਆਂ ਗਰਜਾਂ ਦੇ ਰਿਸ਼ਤੇ ਹਨ। ਤੋ ਇਹ ਸਾਰੇ ਰਿਸ਼ਤੇ ਅਖੀਰ ਛੱਡ ਜਾਂਦੇ ਹਨ, ਮਨੁੱਖ ਨੂੰ ਕੋਈ ਸਾਥ ਨਹੀਂ ਨਿਭਦਾ। ਪਰ ਉਸ ਵਾਹਿਗੁਰੂ ਅਕਾਲ ਪੁਰਖ ਦਾ ਔਰ ਸਤਸੰਗਤ ਦਾ ਰਿਸ਼ਤਾ ਐਸਾ ਹੈ ਜਿਹੜਾ ਸਾਡੀ ਜੀਵ ਆਤਮਾ ਨੂੰ ਮਰਨ ਤੋਂ ਬਾਅਦ ਵੀ ਸਰੀਰ ਖਤਮ ਹੋ ਜਾਏ ਤਾਂ ਵੀ ਨਹੀਂ ਛੱਡਦਾ, ਇਹ ਉਸ ਵੇਲੇ ਵੀ ਨਾਲ ਰਹਿੰਦਾ। ਇਤਨਾ ਵੱਡਾ ਰਿਸ਼ਤਾ, ਇਤਨਾ ਵੱਡਾ ਸੰਬੰਧ, ਇਤਨਾ ਵੱਡਾ ਸਾਥ। ਪਰ ਜਿਨ੍ਹਾਂ ਨੇ ਸਾਥ ਨਹੀਂ ਮਾਣਿਆ, ਭਾਵੇਂ ਕਿਤਨੇ ਵੱਡੇ ਬਣ ਜਾਣ ਤੇ ਰਹਿਣ ਅਕੇਲੜੀਆ, ਉਹ ਇਕੱਲੇ ਰਹਿ ਜਾਂਦੇ ਨੇ ਵਿਚਾਰੇ। ਪੋਲੀਟੀਕਲ ਲੀਡਰਾਂ ਦਾ ਅਸੀਂ ਦੇਖਦੇ ਹਾਂ ਆਪਣੇ ਜੀਵਨ ਵਿੱਚ ਕਈਆਂ ਨੂੰ ਜਿਹੜੇ ਤਖਤ ਤੇ ਬੈਠੇ ਹੋਏ ਸਨ ਉਹ ਤਖਤੇ ਤੇ ਚੜ ਗਏ, ਮਸੀਹ ਚੜ ਗਏ। ਤੋ ਇਹਨਾਂ ਦਾ ਕੋਈ ਭਰੋਸਾ ਨਹੀਂ ਸੰਸਾਰ ਦੀਆਂ ਪ੍ਰਾਪਤੀਆਂ ਦਾ। ਤਿੰਨ ਦੁੱਖ ਨਾ ਕਬਹੂ ਉਤਰੈ, ਸੇ ਜਮ ਕੇ ਵਸ ਪੜੀਆਂ, ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜੀਆਂ। ਔਰ ਅਸਲ ਸੁੱਖਾਂ ਦਾ ਸਾਧਨ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਹੈ। ਇਸ ਤੋਂ ਇਲਾਵਾ ਅਸੀਂ ਆਪਣੇ ਮਨ ਵਿੱਚ ਕਿਸੇ ਵੇਲੇ ਵੀ ਕਲਪੀਏ ਬਈ ਇਹ ਵਸਤੂ ਸਾਨੂੰ ਮਿਲ ਜਾਏ ਤੇ ਅਸੀਂ ਬੜੇ ਸੁਖੀ ਹੋ ਜਾਵਾਂਗੇ, ਤੇ ਵਾਹਿਗੁਰੂ ਕਰੇ ਉਹ ਵਸਤੂ ਸਾਨੂੰ ਮਿਲ ਵੀ ਜਾਏ, ਪਰ ਅਸੀਂ ਅਨੁਭਵ ਕਰਾਂਗੇ ਵੀ ਉਹ ਵਸਤੂ ਵੀ ਸਾਨੂੰ ਕੁਝ ਦਿਨ, ਕੁਝ ਸਮਾਂ ਹੀ ਸੁਖ ਦੇ ਸਕੇਗੀ, ਬਾਅਦ ਵਿੱਚ ਉਹ ਬੇਹੀ ਹੋ ਜਾਏਗੀ, ਉਹਦਾ ਸੁਖ ਸਾਨੂੰ ਸਦੀ ਵੀ ਨਹੀਂ ਮਿਲ ਸਕਦਾ। ਤੋ ਸੰਸਾਰ ਦੀ ਕੋਈ ਵਸਤੂ ਸਾਨੂੰ ਸਦਾ ਲਈ ਸੁਖ ਨਹੀਂ ਦੇ ਸਕਦੀ। ਉਹ ਦੁੱਖ ਜਿਹੜਾ ਹੈ ਕਦੇ ਉਤਰਦਾ ਨਹੀਂ। ਔਰ ਇੱਕ ਹੋਰ ਗੱਲ ਮਹਾਰਾਜ ਨੇ ਜਮ ਕੇ ਵਸ ਪੜੀਆਂ। ਗੁਰੂ ਬਾਣੀ ਵਿੱਚ ਦੋ ਤਰ੍ਹਾਂ ਦੇ ਜੀਵਨ ਦੱਸੇ ਹਨ। ਇੱਕ ਹੈ ਵਾਹਿਗੁਰੂ ਦੇ ਮਿਲਾਪ ਦਾ ਜੀਵਨ, ਇੱਕ ਹੈ ਪਰਮੇਸ਼ਰ ਦੇ ਵਿਛੋੜੇ ਦਾ ਜੀਵਨ। ਮਿਲਾਪ ਦਾ ਜੀਵਨ ਸਦੀਵੀ ਜੀਵਨ ਹੈ, ਇਟ ਇਜ਼ ਇਟਰਨਲ ਲਾਈਫ। ਔਰ ਵਿਛੋੜੇ ਦਾ ਜੀਵਨ ਜਿਹੜਾ ਹੈ ਉਹ ਭਾਵੇਂ ਇਨਸਾਨ ਜੀ ਰਿਹਾ, ਸਾਹ ਲੈ ਰਿਹਾ, ਸਰੀਰ ਕਾਇਮ ਹੈ, ਪਰ ਫਿਰ ਵੀ ਉਹਦਾ ਜਿਹੜਾ ਰਸਤਾ ਹੈ, ਜੀਵਨ ਦਾ ਰਸਤਾ ਹੈ, ਉਹ ਜਮ ਦਾ ਰਸਤਾ ਹੈ, ਭਾਵ ਮੌਤ ਦਾ ਰਸਤਾ ਹੈ। ਮਰਦੇ ਤਾਂ ਸੰਤ ਮਹਾਂਪੁਰਖ ਵੀ ਹਨ ਸਰੀਰਕ ਤੌਰ ਤੇ, ਗੁਰੂ ਪਾਤਸ਼ਾਹ ਵੀ ਉਹਨਾਂ ਦੇ ਵੀ ਜੋਤੀ ਜੋਤ ਸਮਾਏ, ਪਰ ਉਹ ਸਦੀਵੀ ਜੀਵਨ ਨਾਲ ਜੁੜੇ ਹੋਏ ਸਨ। ਔਰ ਬਾਣੀ ਵਿੱਚ ਬਹੁਤ ਸਾਰੀਆਂ ਐਸੀਆਂ ਤੁਕਾਂ ਵੀ ਹਨ ਭਾਈ ਜਿੱਥੇ ਜਿਹੜੇ ਵਾਹਿਗੁਰੂ ਨਾਲ ਜੁੜੇ ਹੋਣ ਕਬੋ ਨਹੀਂ ਮਰਦੇ, ਉਹ ਨਹੀਂ ਮਰਦੇ, ਉਹਨਾਂ ਦਾ ਅਮਰਤਾ ਦੇ ਨਾਲ ਇਟਰਨਿਟੀ ਦੇ ਨਾਲ ਸੰਬੰਧ ਹੋ ਜਾਂਦਾ। ਪਰ ਜਿਹੜੇ ਪਰਮੇਸ਼ਰ ਤੋਂ ਭੁੱਲੇ ਹੋਏ ਹਨ ਉਹ ਜ਼ਿੰਦਗੀ ਵਿੱਚ ਰਹਿੰਦਿਆਂ ਹੀ ਜਮ ਦੇ ਵਸ ਪਏ ਹੋਏ, ਭਾਵੇਂ ਮੌਤ ਦੇ ਰਸਤੇ ਤੇ ਟੁਰ ਰਹੇ ਹਨ, ਉਹ ਜ਼ਿੰਦਗੀ ਵਿੱਚ ਰਹਿੰਦਿਆਂ ਵੀ ਜਮ ਕੇ ਵਸ ਪੜੀਆਂ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜੀਆਂ, ਰਤਨ ਜਵੇ ਹਰ ਲਾਲ ਹਰ, ਕੰਠ ਤਿਨਾ ਜੜੀਆਂ। ਰਾਵਿਆ ਦਾ ਮਤਲਬ ਹੈ ਸੰਜੋਗ। ਜਿਨ੍ਹਾਂ ਨੇ ਆਪਣੇ ਵਾਹਿਗੁਰੂ ਦੇ ਨਾਲ ਸੰਜੋਗ ਕੀਤਾ, ਭਾਵ ਵਾਹਿਗੁਰੂ ਦੇ ਭਗਤੀ ਦਾ, ਵਾਹਿਗੁਰੂ ਦੇ ਸਿਮਰਨ ਦਾ ਆਨੰਦ ਮਾਣਿਆ, ਉਹ ਸਦਾ ਹੀ ਚਿੱਤਨ ਨਿਤ ਖੜੀਆਂ ਦਾ ਮਤਲਬ ਸਮਝ ਚੜ੍ਹਦੀ ਕਲਾ ਵਿੱਚ ਹਨ, ਹਮੇਸ਼ਾ ਹੀ ਸਾਵਧਾਨ ਹਨ। ਉਹਨਾਂ ਨੂੰ ਕੋਈ ਝੋਰਾ ਨਹੀਂ, ਕੋਈ ਦੁੱਖ ਨਹੀਂ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਮੈਂ ਪਹਿਲਾਂ ਵੀ ਕੋਈ ਸਾਖੀ ਸੁਣਾਈ ਸੀ। ਉਹਨਾਂ ਦਾ 8-9 ਸਾਲ ਦਾ ਬੇਟਾ ਬਾਬਾ ਅਟਲ ਚਲਾਣਾ ਕਰ ਗਿਆ। ਉਹਨਾਂ ਦੇ ਸਾਂਢੂ ਸਾਹਿਬ ਉਹਨਾਂ ਨੂੰ ਅਫਸੋਸ ਕਰਨ ਆਏ, ਬੜੇ ਉਹ ਵੀ ਗੁਰੂ ਪਾਤਸ਼ਾਹ ਦੇ ਬੜੇ ਸ਼ਰਧਾਲੂ ਸੀ, ਤੇ ਦੇਖਿਆ ਵੀ ਗੁਰੂ ਪਾਤਸ਼ਾਹ ਦਾ ਇਤਨਾ ਛੋਟਾ ਪਿਆਰਾ ਔਰ ਬੜਾ, ਉਹ ਛੋਟੀ ਉਮਰ ਤੋਂ ਉਹਦੀ ਸਾਧੂ, ਉਹਦਾ ਯੋਗੀ ਸੀ, ਉਹਨੂੰ ਪੂਰੀ ਯੋਗ ਦੀ ਗਿਆਨ ਸੀ ਪੂਰਾ। ਤੇ ਸਾਖੀ ਲੰਮੀ ਆ, ਤੁਸੀਂ ਜਾਣਦੇ ਹੀ ਹੋ। ਤੇ ਭਾਈ ਮਾਈ ਦਾਸ ਨੇ ਕਿਹਾ ਬਈ ਗੁਰੂ ਸਾਹਿਬ
ਤੁਹਾਡਾ ਛੋਟਾ ਬੇਟਾ ਕਿਤਨਾ ਹੋਣਹਾਰ ਪੁੱਤਰ ਚਲਾ ਗਿਆ, ਤੁਸੀਂ ਬੜੀ ਚੜ੍ਹਦੀ ਕਲਾ ਵਿੱਚ ਹੋ। ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ, ਸਾਈਂ ਦਾਸ ਜੀ ਇੱਕ ਲਕੀਰ ਖਿੱਚੋ ਜਰਾ ਧਰਤੀ ਤੇ। ਉਹਨਾਂ ਇੱਕ ਹੱਥ ਵਿੱਚ ਕੋਈ ਲੱਕੜੀ ਪਕੜੀ, ਡੰਡਾ ਪਕੜਿਆ, ਲਕੀਰ ਖਿੱਚ ਦਿੱਤੀ। ਕਹਿੰਦੇ ਇੱਕ ਹੋਰ ਲਕੀਰ ਦੇ ਨਾਲ ਵੱਡੀ ਖਿੱਚ ਦਿਓ। ਉਹਨਾਂ ਇੱਕ ਵੱਡੀ ਖਿੱਚ ਦਿੱਤੀ। ਫਿਰ ਕਹਿੰਦੇ ਨਾ ਦੋਨੋਂ ਮੇਟ ਦਿਓ। ਉਹਨਾਂ ਨੂੰ ਮੇਟ ਦਿੱਤਾ ਤੇ ਗੁਰੂ ਸਾਹਿਬ ਕਹਿਣ ਲੱਗੇ, ਭਾਈ ਸਾਈਂ ਦਾਸ ਇਹ ਜਿਹੜੀ ਲਕੀਰਾਂ ਖਿੱਚੀਆਂ ਤੇ ਮੇਟ ਦਿੱਤੀਆਂ, ਇਹਨਾਂ ਦਾ ਕੋਈ ਤੁਹਾਨੂੰ ਦੁੱਖ ਹੋਇਆ? ਕਹਿੰਦੇ ਮਹਾਰਾਜ ਨਾ ਕੀ ਦੁੱਖ ਹੋਣਾ ਸੀ, ਲਕੀਰਾਂ ਬਣਾਈਆਂ ਸੀ, ਮੇਟ ਦਿੱਤੀਆਂ, ਤੁਹਾਡੇ ਹੁਕਮ ਕੀਤਾ। ਗੁਰੂ ਸਾਹਿਬ ਕਹਿਣ ਲੱਗੇ ਇਸੇ ਤਰ੍ਹਾਂ ਅਸੀਂ ਇਹ ਆਪਣੇ ਬੇਟੇ ਨੂੰ ਪਰਮਾਤਮਾ ਨੂੰ ਖਿੱਚੀ ਹੋਈ ਲਕੀਰ ਸਮਝਦੇ ਸੀਗੇ। ਉਹਦੀ ਮਰਜ਼ੀ ਸੀ, ਉਹਨੇ ਖਿੱਚ ਦਿੱਤੀ ਸੀ, ਹੁਣ ਉਹਦੀ ਮਰਜ਼ੀ ਉਹਨੇ ਮੇਟ ਦਿੱਤੀ। ਤੋ ਇਹ ਚੜ੍ਹਦੀ ਕਲਾ ਜਿੰਨੀ ਰਾਵਿਆ ਸੋ ਪ੍ਰਭੂ ਆਪ ਸੇ ਦਿਸਣ ਨਿਤ ਖੜੀਆਂ, ਹਮੇਸ਼ਾ ਚੜ੍ਹਦੀ ਕਲਾ। ਔਰ ਫਿਰ ਰਤਨ ਜਵੇ ਹਰ ਲਾਲ ਹਰ ਕੰਠ ਤੇ ਨਾ ਜੜੀਆਂ। ਗੁਰੂ ਸਾਹਿਬ ਨੇ ਸੰਸਾਰਕ ਆਤਮਕ ਸ਼ਿੰਗਾਰ ਦੀ ਗੱਲ ਕੀਤੀ ਹੈ, ਪਰ ਨਾਲ ਸੰਸਾਰਕ ਗਹਿਣਿਆਂ ਦੀ, ਸੰਸਾਰਕ ਕੀਮਤੀ ਵਸਤੂਆਂ ਦੀ ਉਦਾਹਰਣ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਨੂੰ। ਬਈ ਪੁਰਾਣੇ ਸਮਿਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਵੀ, ਹੋਰ ਰਾਜਿਆਂ ਮਹਾਰਾਜਿਆਂ ਨਵਾਬਾਂ ਦੇ ਦਰਬਾਰ ਵਿੱਚ ਵੀ ਜਿਹੜੇ ਉਹਨਾਂ ਦੇ ਮੰਤਰੀ ਹੁੰਦੇ ਸੀ, ਮਿਨਿਸਟਰ ਹੁੰਦੇ ਸੀ, ਦਰਬਾਰੀ ਹੁੰਦੇ ਸੀ, ਉਹ ਵੀ ਹਾਰ ਗਹਿਣੇ ਸਜਾ ਕੇ ਆਉਂਦੇ ਹੁੰਦੇ ਸੀ। ਪਰ ਮਹਾਰਾਜ ਕਹਿੰਦੇ ਰਤਨ ਜਵੇ ਲਾਲ ਹਰ, ਉਹ ਗਹਿਣੇ ਤਾਂ ਪਾਏ ਵੀ ਜਾ ਸਕਦੇ ਆ, ਲਾਏ ਵੀ ਜਾ ਸਕਦੇ ਆ, ਉਹਨਾਂ ਨੂੰ ਕੋਈ ਲੁੱਟ ਕੇ ਲਿਜਾ ਵੀ ਸਕਦਾ, ਉਹਨਾਂ ਕਰਕੇ ਤੁਹਾਨੂੰ ਨੁਕਸਾਨ ਵੀ ਹੋ ਸਕਦਾ। ਪਰ ਇਹੋ ਜਿਹਾ ਗਹਿਣਾ ਤੁਹਾਡੇ ਕੋਲ ਪਰਮੇਸ਼ਰ ਦਾ ਨਾਮ ਹੈ, ਜਿਹੜਾ ਤੁਸੀਂ ਪਾ ਲਓ ਤਾਂ ਕਦੇ ਨਹੀਂ ਉਤਰੇਗਾ। ਰਤਨ ਜਵੇ ਹਰ ਲਾਲ ਹਰ, ਉਹਨਾਂ ਦੇ ਗਲੇ ਵਿੱਚ ਰਤਨ ਜਵੇ ਹਰ ਲਾਲਾਂ ਦੇ ਕੰਠ ਹਾਰ ਪਏ ਹੋਏ ਹਨ, ਸਿੱਧੇ ਵੀ ਪਏ ਹੋਏ ਹਨ, ਸਵਾ ਸ਼ੋਭਮਾਨ ਹਨ। ਉਹਨਾਂ ਦੀ ਸ਼ਖਸੀਅਤ ਸਦਾ ਸ਼ੋਭਮਾਨ ਹੈ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਗੁਰ ਕੀ ਸਿੱਖ ਸੁਣੀ। ਗੁਰੂ ਦੀ ਸਿੱਖਿਆ ਸੁਣ ਕੇ ਹਿਰਦੇ ਵਿੱਚ ਆਤਮਕ ਗੁਣਾਂ ਦੇ ਰਤਨ ਜਵਾਹਰ ਲਾਲ ਮਾਣਕ ਦੀ ਜੜਾਵਤ ਹੋ ਜਾਂਦੀ ਹੈ। ਨਾਨਕ ਬਾਂਛੈ ਤੋੜ ਤਿਨ, ਪ੍ਰਭ ਸਰਣੀ ਦਰ ਪੜਿਆ। ਮਗਰ ਪ੍ਰਭੂ ਆਰਾਧਨਾ, ਬਹੁੜ ਨਾ ਜਨਮੜਿਆ। ਗੁਰੂ ਪਾਤਸ਼ਾਹ ਦੀ ਨਿਮਰਤਾ ਤੋਂ ਬਲਿਹਾਰੇ ਜਾਈਏ। ਮਹਾਰਾਜ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜਵਾਬ ਜਪੈ ਅਵਰਾ ਨਾਮ ਜਪਾਵੈ। ਕਮਾਲ ਹੀ ਉਹਨਾਂ ਦੀ ਨਿਮਰਤਾ ਪਾਤਸ਼ਾਹ। ਮਹਾਰਾਜ ਕਹਿੰਦੇ ਨੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਜਿਹੜੇ ਪਰਮੇਸ਼ਰ ਦੀ ਸ਼ਰਨ ਵਿੱਚ ਪਏ ਹੋਏ ਹਨ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਉਹ ਗੁਰੂ ਪਾਤਸ਼ਾਹ ਦਾ ਇਸ਼ਟ ਸੀ। ਕੌਣ ਸੀ ਉਹਨਾਂ ਦਾ ਇਸ਼ਟ? ਅਸੀਂ ਕਹਿੰਦੇ ਆ ਵੀ ਉਹਨਾਂ ਦਾ ਇਸ਼ਟ ਵਾਹਿਗੁਰੂ ਸੀ, ਅਕਾਲ ਪੁਰਖ ਸੀ। ਪਰ ਜੇ ਮੈਂ ਕਹਿ ਲਵਾਂਗਾ ਉਹਨਾਂ ਦਾ ਇਸ਼ਟ ਮਨੁੱਖਤਾ ਸੀ। ਉਹ ਮਨੁੱਖਤਾ ਨੂੰ ਇਤਨਾ ਉੱਚਾ ਚੁੱਕਣਾ ਚਾਹੁੰਦੇ ਸਨ ਕਿ ਉਹ ਮਨੁੱਖ ਜਿਹੜੇ ਹਨ ਉਹ ਰੱਬ ਬਣ ਜਾਣ। ਤੋ ਇਹੋ ਜਿਹੇ ਮਨੁੱਖ ਜਿਹੜੇ ਪਰਮੇਸ਼ਰ ਦੇ ਨਾਲ ਜੁੜੇ ਹੋਏ, ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਮੈਂ। ਗੁਰੂ ਸਾਹਿਬ ਕਹਿ ਰਹੇ ਹਨ ਮੰਗਰ ਪ੍ਰਭੂ ਆਰਾਧਨਾ। ਇਸ ਜੀਵਨ ਰੂਪੀ ਮੰਗਰ ਦੇ ਵਿੱਚ ਪ੍ਰਭੂ ਦਾ ਸਿਮਰਨ ਕਰਨ ਲਾਗ ਬਹੁੜ ਨਾ ਜਨਮੜਿਆ। ਫਿਰ ਦੁਬਾਰਾ ਜਨਮ ਮਰਨ ਦੇ ਚੱਕਰ ਵਿੱਚ ਪੈਣ ਦੀ ਲੋੜ ਨਹੀਂ ਪੈਣੀ। ਐਸਾ ਪਾਵਨ ਉਪਦੇਸ਼ ਪਾਤਸ਼ਾਹ ਦਿੰਦੇ ਹਨ। ਅੱਗੋਂ ਮਹਾਰਾਜ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਵੀ 12ਵਾਂ ਹੈ। ਔਰ ਇਹ 12ਵਾਂ ਜਿਹੜਾ ਹੈ ਬਹੁਤ ਗੰਭੀਰ ਹੈ। ਇਹਦੀ ਸ਼ਬਦਾਵਲੀ ਔਰ ਇਹਦੇ ਭਾਵ ਵੀ ਬੜੇ ਗੰਭੀਰ ਹਨ। ਔਰ ਆਮ ਵਿਦਵਾਨਾਂ ਕੋਲੋਂ ਸਿੱਖਿਆ ਪੜ੍ਹਿਆ ਕਿ ਆਖਰੀ ਜੀਵਨ ਦੀ ਆਖਰੀ ਉਮਰ ਵਿੱਚ ਪਾਤਸ਼ਾਹ ਜਦੋਂ ਆਪ ਜੀ ਅਖੀਰ ਵਿੱਚ ਕਰਤਾਰਪੁਰ ਨਿਵਾਸ ਰੱਖਿਆ, ਉੱਥੇ ਬਾਣੀ ਵੀ ਉਚਾਰੀ, ਸੰਗਤ ਕੀਤੀ। ਉਸ ਸਮੇਂ ਇਹ ਬਾਣੀ ਉਚਾਰੀ ਹੈ ਜਦੋਂ ਗੁਰੂ ਪਾਤਸ਼ਾਹ ਆਪਣੇ ਜੀਵਨ ਦੇ ਆਖਰੀ ਪੜਾਅ ਤੇ ਹਨ। ਔਰ ਇੱਥੋਂ ਉਹਨਾਂ ਦੀ ਇਸ ਬਾਣੀ ਵਿੱਚ ਬੜੀ ਤੜਪ ਹੈ, ਵਿਛੋੜੇ ਦੀ ਬੜੀ ਡੂੰਘੀ ਤੜਪ ਹੈ। ਔਰ ਸਮਝ ਇਹ ਗੱਲ ਆਉਂਦੀ ਹੈ ਕਿ ਜਦੋਂ ਸਾਨੂੰ ਕਿਸੇ ਦੀ ਉਡੀਕ ਹੋਵੇ
उड़ीक करदियां 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 बहुत समा लंघ जाए और साध संगत जी आखिरी जिहड़ा समा हुंदा उड़ीक दा और बहुत ही व्याकुल वाला समा हुंदा, व्याकुलता वाला हुंदा, तो महाराज जी इस बाणी च बड़ी चीस है, डूंगी चीस है। आसन आओ पुरा साधन झूर मोही, हे वाहिगुरु तू आ मैनू मिल, मैं तो तेरे दर्शन वास्ते झूरदी पई हां। बड़ी डूंगी तड़प है। तो इन्हां तुकां विच महाराज ने मगर मां दियां तुकां विच भी उस तड़प दा बयान कीता और मिलाप दी गल कीती। मगर मह भला हर गुण अंक समावे, गुणवंती गुण रवै मैं फिर नहीं चल पावे। हुण विचार तुसीं देखिए उपर कीते लगभग उਸੇ तर੍ਹਾਂ ਦੇ ਵਿਚਾਰ ਹਨ और उत्थे मिलाप दी गल कीती है। मगर दा महीना बड़ा चंगा है, सुभाएमान है, जे जीव रूप इस्त्री अपने हिरदे रूपी कंठ विच, हिरदे रूपी गले विच परमेश्वर दे नाम दे गुणां नूं समा लैंदी है, सजा लैंदी है। गुणवंती गुण रवै, ਉਹ ਆਪਣੇ ਪਰਮੇਸ਼ਰ ਦੇ ਗੁਣਾਂ ਨੂੰ ਹੀ ਭੋਗਦੀ ਹੈ, ਉਹਨਾਂ ਨੂੰ ਹੰਡਾਉਂਦੀ ਹੈ। ਮੈਂ ਫਿਰ ਨਹੀਂ ਚੱਲ ਪਾਵੇ, ਉਸ ਨੂੰ ਉਹ ਵਾਹਿਗੁਰੂ ਅਕਾਲ ਪੁਰਖ ਜਿਹੜਾ ਨਿਚਲ ਹੈ, ਕਦੇ ਜਾਂਦਾ ਆਉਂਦਾ ਨਹੀਂ, ਸਥਿਰ ਹੈ, ਉਹ ਚੰਗਾ ਲੱਗਦਾ। ਨੇਚਲ ਚਤੁਰ ਸੁਜਾਨ ਵਿਦਾਤਾ, ਚੰਚਲ ਜਗਤ ਸਵਾਇਆ, ਗਿਆਨ ਧਿਆਨ ਗੁਣ ਅਨਕ ਸਮਾਣੇ, ਪ੍ਰਭ ਪਾਣੈ ਤਾਂ ਪਾਇਆ। ਉਹ ਵਾਹਿਗੁਰੂ ਸਥਿਰ ਹੈ, ਨਿਚਲ ਹੈ, ਚਤੁਰ ਸੁਜਾਨ, ਬਹੁਤ ਸਿਆਣਾ। ਵਾਹਿਗੁਰੂ ਦੇ ਨਾਲ ਚਿੱਤ ਜੋੜ ਕੇ ਜ਼ਿੰਦਗੀ ਦਾ ਰਸਤਾ ਜਿਹੜਾ ਹੈ ਉਹ ਸੂਝ ਸਿਆਣਪ ਨਾਲ ਚੜਨ ਦੀ ਜਾਚ ਆ ਜਾਂਦੀ ਹੈ। ਔਰ ਦੂਜੇ ਪਾਸੇ ਚੰਚਲ ਜਗਤ ਸਮਾਇਆ, ਇਹ ਸੰਸਾਰ ਜੋ ਹੈ ਇਹ ਬੜਾ ਚੰਚਲ ਹੈ। ਇਹਦੇ ਵਿੱਚ ਹਰ ਵੇਲੇ ਆਪਾ ਧਾਪੀ ਪਈ ਹੋਈ ਹੈ, ਦੌੜ ਨੱਠ ਭੱਜ ਲੱਗੀ ਹੋਈ ਹੈ, ਔਰ ਇਹਦੇ ਵਿੱਚ ਕੋਈ ਚੀਜ਼ ਦੇ ਹੱਥ ਨਹੀਂ ਆਉਂਦੀ, ਭਾਵੇਂ ਸਾਰੀ ਜ਼ਿੰਦਗੀ ਭੱਜਦਾ ਰਹਿੰਦਾ। ਗਿਆਨ ਧਿਆਨ ਗੁਣ ਅੰਕ ਸਮਾਣੇ, ਜਦੋਂ ਗੁਰੂ ਦਾ ਗਿਆਨ ਹੋਵੇ, ਗੁਰੂ ਦਾ ਧਿਆਨ ਹੋਵੇ, ਗਿਆਨ ਦਾ ਭਾਵ ਹੁੰਦਾ ਹੈ ਵੀ ਬਾਣੀ ਨੂੰ ਅਸੀਂ ਪੜ੍ਹਦੀਏ, ਸਮਝੀਏ, ਗੁਰਬਾਣੀ ਦੇ ਸਿਧਾਂਤਾਂ ਨੂੰ ਸਮਝੀਏ, ਔਰ ਧਿਆਨ ਦਾ ਮਤਲਬ ਹੈ ਉਹਨਾਂ ਨੂੰ ਗ੍ਰਹਿਣ ਕਰੀਏ। ਤੋ ਜਦੋਂ ਪ੍ਰਬਾਣੀ ਨੂੰ ਪੜ੍ਹ ਕੇ ਸਮਝ ਕੇ ਅਸੀਂ ਧਿਆਨ ਜੋੜਦੇ ਹਾਂ, ਗੁਣ ਅੰਕ ਸਮਾਣੇ, ਉਹ ਗੁਣ ਸਾਡੇ ਸਰੀਰ ਦੇ ਵਿੱਚ ਸਮਾ ਜਾਂਦੇ ਹਨ ਤੇ ਵਾਹਿਗੁਰੂ ਫਿਰ ਪ੍ਰਭ ਪਾਣੇ, ਉਹ ਵਾਹਿਗੁਰੂ ਨੂੰ ਅਸੀਂ ਚੰਗੇ ਲੱਗ ਜਾਂਦੇ ਹਾਂ ਤੇ ਅਸੀਂ ਸੁਭਾਏਮਾਨ ਹੋ ਜਾਂਦੀ ਹੈ ਸਾਡੀ ਜ਼ਿੰਦਗੀ। ਸੰਸਾਰਕ ਤੌਰ ਤੇ ਵੀ ਲਾਸਟ ਤੁਕ ਭੁੱਲ ਗਈ, ਇੱਥੇ ਪ੍ਰਿੰਟ ਹੋਣੀ ਮੇਰਾ ਗਈ ਹੈ। ਗੀਤ ਨਾਦ ਕਵਿਤ ਕਵੇ ਸੁਣ, ਰਾਮ ਨਾਮ ਦੁਖ ਭਾਗੈ, ਨਾਨਕ ਸਾ ਤਨ, ਨਾਨਕ ਸਾ ਤਨ ਨਾਹ ਪਿਆਰੀ, ਅਬ ਭਗਤੀ ਪਿਰ ਆਗੈ। ਵਾਹਿਗੁਰੂ ਅਕਾਰ ਪੁਰਖ ਦੇ ਸਿਮਰਨ ਵਿੱਚ ਜਿਹੜੇ ਵੀ ਗੀਤ ਨਾਦ, ਭਾਵੇਂ ਕਿਸੇ ਰੂਪ ਵਿੱਚ ਪਰਮੇਸ਼ਰ ਦਾ ਸਿਮਰਨ ਕਰੀਏ, ਸਭ ਤੋਂ ਵੱਡਾ ਤਾਂ ਸਿਮਰਨ ਗੁਰਬਾਣੀ ਦੁਆਰਾ ਹੀ ਹੈ। ਪਰ ਹੋਰ ਵੀ ਜਿਹੜੇ ਗੀਤ ਨਾਦ ਕਵਿਤ, ਹੋਰ ਜੋ ਕੁਝ ਵੀ ਪਰਮੇਸ਼ਰ ਦੀ ਵਡਿਆਈ ਵਿੱਚ ਲਿਖਿਆ ਜਾ ਰਿਹਾ ਹੈ, ਸੁਣਾਇਆ ਜਾ ਰਿਹਾ ਹੈ, ਰਾਮ ਨਾਮ ਦੁਖ ਭਾਗੈ, ਉਹ ਸਾਰਾ ਪਰਮੇਸ਼ਰ ਦੇ ਨਾਮ ਦੀ ਵਿਆਖਿਆ ਹੈ। ਔਰ ਉਸ ਨੂੰ ਗ੍ਰਹਿਣ ਕਰਨ ਨਾਲ ਸਾਡੇ ਮਨ ਦੇ, ਸਾਡੇ ਸਰੀਰ ਦੇ, ਸਾਡੇ ਜੀਵਨ ਦੇ ਦੁੱਖਾਂ ਦਾ ਨਾਸ ਹੁੰਦਾ। ਭੱਜ ਜਾਂਦੇ ਰਹੋ, ਨਸ ਵੰਜੋ, ਕਿਰ ਵੇਖੋ ਕਰਤਾ ਕਰਾਇਆ। ਵਾਹਿਗੁਰੂ ਦੀ ਯਾਦ ਉਸ ਪਰਮੇਸ਼ਰ ਨੂੰ ਸਾਡੇ ਹਿਰਦੇ ਵਿੱਚ ਲੈ ਆਉਂਦੀ ਹੈ ਤੇ ਜਦੋਂ ਉਹ ਘਰ ਵਾਲਾ ਮਾਲਕ ਸਾਡੇ ਹਿਰਦੇ ਚ ਆ ਗਿਆ ਤੇ ਸਾਡੇ ਦੁੱਖ ਭੱਜ ਗਏ, ਕਸ਼ਟ ਭੱਜ ਗਏ। ਘਰ ਵਾਲਾ ਕੋਈ ਬਹੁਤ ਦੇਰ ਘਰੋਂ ਬਾਹਰ ਰਹੇ ਤੇ ਬਾਅਦ ਵਿੱਚ ਉਹ ਘਰ ਆਵੇ ਤੇ ਘਰਾਂ ਨੂੰ ਕਈ ਵਾਰੀ ਜਾਲੇ ਜੂਲੇ ਲੱਗ ਜਾਂਦੇ ਨਾਲੇ ਦੁਆਲੇ, ਪਰ ਉਹ ਆ ਕੇ ਝਾੜ ਪੂੰਝ ਕੇ ਸਾਰਾ ਘਰ ਸਜਾ ਦਿੰਦਾ। ਇਸੇ ਤਰ੍ਹਾਂ ਪਰਮੇਸ਼ਰ ਜਦੋਂ ਹਿਰਦੇ ਰੂਪੀ ਘਰ ਵਿੱਚ ਆ ਜਾਂਦਾ ਤਾਂ ਸਾਰੇ ਦੁੱਖ ਦਰਿਦਰਾਂ ਦੇ ਜਾਲੇ ਖਤਮ ਹੋ ਜਾਂਦੇ ਹਨ। ਨਾਨਕ ਸਾ ਤਨ, ਨਾਨਕ ਸਾ ਤਨ ਨਾਹ ਪਿਆਰੀ, ਅਬ ਭਗਤੀ ਪਿਰ ਆਗੈ। ਗੁਰੂ ਪਾਤਸ਼ਾਹ ਕਹਿੰਦੇ ਹਨ, ਉਹ ਜੀਵ ਰੂਸਤਰੀ ਆਪਣੇ ਪਤੀ ਨੂੰ, ਨਾ ਮੈਨੇ ਪਤੀ ਪਰਮੇਸ਼ਰ, ਉਹ ਜੀਵ ਰੂਸਤਰੀ ਆਪਣੇ ਪਤੀ ਪਰਮੇਸ਼ਰ ਨੂੰ ਬੜੀ ਪਿਆਰੀ ਲੱਗਦੀ ਹੈ। ਅਬ ਭਗਤੀ ਪਿਰ ਆ ਗਿਆ। ਅਬ ਮਤਲਬ ਪ੍ਰੇਮ, ਪ੍ਰੇਮਾ ਭਗਤੀ ਜਦੋਂ ਪਰਮੇਸ਼ਰ ਦੇ ਅੱਗੇ ਜੀਵ ਰੂਪ ਇਸਤਰੀ ਪ੍ਰਗਟ ਕਰਦੀ ਹੈ ਤਾਂ ਉਹ ਪਰਮੇਸ਼ਰ ਨੂੰ ਭਾ ਜਾਂਦੀ ਹੈ, ਪਰਮੇਸ਼ਰ ਉਸ ਨੂੰ ਆਪਣਾ ਬਣਾ ਲੈਂਦਾ ਹੈ। ਇਸ ਪ੍ਰਕਾਰ ਗੁਰੂ ਪਾਤਸ਼ਾਹ ਨੇ ਇਹ ਜੋ ਜੀਵਨ ਸਾਨੂੰ ਮਿਲਿਆ, ਅਮੋਲਕ ਜੀਵਨ ਮਿਲਿਆ,
ਇਹ ਸਮੇਂ ਨਾਲ ਸੰਬੰਧਿਤ ਬਾਣੀਆਂ 12 ਮਾਹ ਦੀਆਂ ਹੋਰ ਵੀ ਬਾਣੀਆਂ ਜਿਹੜੀਆਂ ਹਨ ਉਹਨਾਂ 'ਚ ਮਿਲਾਪ ਦੀ ਜੁਗਤੀ ਦੱਸੀ ਹੈ। ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਜੀ। ਸਿਆਣੇ ਸੱਜਣ ਬੈਠੇ ਹਨ, ਕਿਰਪਾ ਕਰਕੇ ਅਸੀਸ ਦੇਣੀ, ਸਹੀ ਢੰਗ ਨਾਲ ਬਾਣੀ ਵਿਚਾਰ ਕਰ ਸਕੀਏ, ਭੁੱਲਾਂ ਚੁੱਕਾਂ ਮਾਫ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ। ਮਗਰ ਦੇ ਮਹੀਨੇ ਦੇ ਵਾਕ ਦੋਨਾਂ ਬਾਣੀਆਂ ਦੇ ਵਿੱਚ ਜਿਹੜੇ ਗੁਰੂ ਸਾਹਿਬ ਨੇ ਦਰਜ ਕੀਤੇ ਨੇ, ਉਹ ਸੰਗਤ ਦੇ ਨਾਲ ਉਹਨਾਂ ਨੇ ਸ਼ੇਅਰ ਕੀਤੇ ਨੇ। ਤੇ ਅਗਰ ਕੋਈ ਵੀ ਸੰਗਤ ਦੇ ਵਿੱਚੋਂ ਸੱਜਣ ਭੈਣ ਕੋਈ ਵੀ ਪ੍ਰੋਫੈਸਰ ਸਾਹਿਬ ਨੂੰ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ, ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦਾ ਹੈ, ਤੇ ਪਲੀਜ਼ ਅਨਮਿਊਟ ਕਰਕੇ ਤੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ। ਹਾਂਜੀ ਡਾਕਟਰ ਸੇਖੋਂ। ਮੈਂ ਜੀ ਪ੍ਰੋਫੈਸਰ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਹਨੇ ਬਹੁਤ ਸੋਹਣੇ ਢੰਗ ਨਾਲ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਹੈ ਮਗਰ ਦੇ ਮਹੀਨੇ ਦੀ। ਮੈਂ ਸਿਰਫ ਨਿੱਕੀ ਜਿਹੀ ਗੱਲ ਐਡ ਕਰਨੀ ਚਾਹੁੰਦਾ ਕਿ ਇਹਨਾਂ ਦੋਵਾਂ ਬਾਣੀਆਂ ਦਾ ਸਭ ਨੂੰ ਜਿਹੜਾ ਮੈਸੇਜ ਇੱਕੋ ਹੀ ਹੈ ਕਿ ਮਹੀਨਾ ਕੋਈ ਹੋਵੇ, ਦਿਨ ਕੋਈ ਹੋਵੇ, ਉਹ ਸਾਰੇ ਦਿਨ ਸੁਭਾਏਮਾਨ ਨੇ ਜਿਹੜੇ ਮਹੀਨੇ 'ਚ ਜਾਂ ਜਿਹੜੇ ਦਿਨ ਜਾਂ ਜਿਹੜੀ ਘੜੀ ਵਾਹਿਗੁਰੂ ਨੂੰ ਯਾਦ ਕੀਤਾ ਜਾਂਦਾ ਹੈ। ਜੇ ਤੁਸੀਂ ਚੰਗੀ ਤਰ੍ਹਾਂ ਸਾਰਾ ਪੜ੍ਹ ਕੇ ਵੇਖੋ 12 ਮਾਹ, ਤੇ ਹਰ ਮਹੀਨੇ 'ਚ ਇੰਨੇ ਬਿਊਟੀਫੁਲ ਤਰੀਕੇ ਨਾਲ ਗੁਰੂ ਸਾਹਿਬ ਨੇ ਅਕਾਲ ਪੁਰਖ ਦੀ ਉਸਤਤ ਕੀਤੀ ਹੈ। ਤੇ ਘੜੀ ਮੁੜੀ ਸਾਨੂੰ ਇਹੋ ਹੀ ਐਮਫਸਾਈਜ਼ ਕੀਤਾ ਹੈ ਕਿ ਮਹੀਨੇ ਦੀ ਪਰਵਾਹ ਨਾ ਕਰੋ। ਸੰਗਰਾਂਦ ਵਾਲਾ ਦਿਨ ਕੋਈ ਖਾਸ ਇੰਪੋਰਟੈਂਟ ਨਹੀਂ ਹੈ, ਸਿਰਫ ਇੰਪੋਰਟੈਂਟ ਹੈਗਾ ਕਿ ਅਕਾਲ ਪੁਰਖ ਨੂੰ ਯਾਦ ਕਰਨਾ। ਮੈਂ ਪ੍ਰੋਫੈਸਰ ਸਾਹਿਬ ਨੂੰ ਵਧਾਈ ਦਿੰਦਾ। ਫਿਰ ਪ੍ਰੋਫੈਸਰ ਸਾਹਿਬ ਤੁਸੀਂ ਬਹੁਤ ਸੋਹਣੀ ਵਿਆਖਿਆ ਕੀਤੀ ਹੈ, ਬਹੁਤ ਪਸੰਦ। ਤੁਹਾਡੇ ਵਰਗਿਆਂ ਦੇ ਬੱਚੇ ਪਲੀਜ਼ ਪ੍ਰੋਫੈਸਰ ਸਾਹਿਬ ਪਲੀਜ਼ ਸਾਡੇ ਵਾਸਤੇ ਸਰਟੀਫਿਕੇਟ ਹੁੰਦੇ ਹੈ। ਤੁਸੀਂ ਬਹੁਤ ਸਤਿਕਾਰਯੋਗ ਜੀ। ਥੈਂਕ ਯੂ ਵੈਰੀ ਮਚ। ਪਾਪਾ ਤੁਸੀਂ ਕੁਝ ਕਹਿਣ ਲੱਗੇ ਸੀਗੇ? ਤੁਸੀਂ ਮਿਊਟ ਹੋ ਜੀ। ਮੈਂ ਤਾਂ ਬਹੁਤ ਇਹਨਾਂ ਦੇ ਤਰੀਕਾ, ਜਿਸ ਤਰ੍ਹਾਂ ਇਹਨਾਂ ਨੇ ਸਾਦਾ ਸ਼ਬਦਾਂ ਦੇ ਵਿੱਚ ਬੜੀਆਂ ਗੱਲਾਂ ਸਮਝਾਈਆਂ ਨੇ, ਉਸ ਦੀ ਪ੍ਰਸ਼ੰਸਾ ਹੀ ਕਰ ਸਕਦਾ ਵਾਂ। ਔਰ ਖ਼ਾਸ ਤੌਰ 'ਤੇ ਜਿਹੜੇ ਦੋਨੋਂ ਜਗ੍ਹਾ 'ਤੇ ਜਿਹੜੀ ਬਾਣੀ ਦੇ ਵਿੱਚ ਮਹੀਨੇ ਦਾ ਨਾਂ ਹੈ ਉਹ ਇਕੱਠਾ ਜਿਸ ਵਕਤ ਸੁਣਾਇਆ ਜਾਂਦਾ ਹੈ ਜਾਂ ਉਸ ਨੂੰ ਸਮਝਾਇਆ ਜਾਂਦਾ, ਤੇ ਉਹਦਾ ਮੈਨੂੰ ਲੱਗਾ ਕਿ ਜ਼ਿਆਦਾ ਸੁਣਨ ਵਾਲਿਆਂ ਨੂੰ ਫਾਇਦਾ ਹੁੰਦਾ ਹੈ। ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਥੈਂਕ ਯੂ। ਪ੍ਰੋਫੈਸਰ ਸਾਹਿਬ ਦਾ ਧੰਨਵਾਦ ਹੈ ਜੀ। ਅਸੀਂ ਪ੍ਰੋਗਰਾਮ ਨੂੰ ਅੱਗੇ ਚਲਾਉਂਦੇ ਹਾਂ ਜੀ।